ਜਾ ਕੇ ਹੀ ਸਾਡੀ ਜਿਹੜੀ ਹੈਗੀ ਆ ਖੇਤੀ ਟਿਕ ਸਕਦੀ ਹੈ। ਅੱਛਾ, ਤੁਸੀਂ ਹੁਣ ਇੱਥੇ ਬਹੁਤ ਵੱਡਾ ਤੁਹਾਡਾ ਫਾਰਮ ਹੈ ਤੇ ਕਿੰਨੇ ਕਿੱਲਿਆਂ 'ਚ ਤੁਸੀਂ ਖੇਤੀ ਕਰ ਰਹੇ? ਮਤਲਬ ਖੇਤੀ ਦੀ ਇੱਕ ਹੋਰ ਚੀਜ਼ ਵੀ ਤੁਸੀਂ ਵੰਨ-ਸੁਵੰਨਤਾ ਬਹੁਤ ਹੈ ਉਰੇ, ਦਰਖਤ ਬਹੁਤ ਹੈ। ਮੈਨੂੰ ਯਾਦ ਆਵਾ, मैं अपनी बोली दूई में चले गया था भी जब हमें छोटे छोटे होए करें कणक वड्डे करें थे, हमें भी चले जाए करें खेतों में, तो उत्थे दो लाजमी चीज़ां होई थी जी खेतों के ऊपर डौल हुआ था बट कहाँ किक्करां और तूंत। दोपहर नूं फिर एक शक्कर और आलूआं की भाजी आए करी थी। उस गल कणक वड्ड गए, फिर उत्थे भाई लेटना, कणक अपने किक्कर के तले और तूंत के तले आके बाबे गल आराम करना 2-3 घंटे। तो मैं उरे देखा भी दरख्त बहुत लाए हुए, जद कि अज का जो जिमीदार है, कोई भी जट आम पढ़े लिखे बंदे कह लो, कहाँ भी खेतों में तो दरख्तों का सफाया, वो कहते जी छौरा करा हमारी फसल बर्बाद कर दी। ये सारी चीज़ों तो मैं किस तरह देखा? कुदरत जी उरे कुदरत का बहुत बड़ा, कुदरत तो मैं किस तरह देख रहे, जबकि पंजाब में कुदरत को खेती के बीच गैब कर दिया गया। खेतीबाड़ी यूनिवर्सिटी ने भी बहुत सलाह दी हैं, बड़े माहिर आए, तो मैं शब्द वरत्या हाईली इंटलैक्चुअल बंदे ने कहा भी कुदरत का कोई चीज़ नहीं होंगी, हमें धरती दी फक्कियां उड़ा दो। सो सारी चीज़ां ਇਹਦੇ ਤੇ ਇਸ ਤੁਹਾਡੇ ਸਵਾਲ ਦੇ ਜਵਾਬ ਤੋਂ ਪਹਿਲਾਂ ਮੈਨੂੰ ਜਾਣਾ ਪਊਗਾ ਖੇਤੀ ਦੀ ਪਰਿਭਾਸ਼ਾ ਕੀ ਹੈ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਮੇਰੇ ਗੁਰੂ ਜਦੋਂ ਮੇਰੇ ਕੋਲੇ ਖੇਤ ਆਏ ਸੀ ਤਾਂ ਉਹਨਾਂ ਨੇ ਪਹਿਲਾਂ ਮੈਨੂੰ ਸਵਾਲ ਕੀਤਾ ਸੀ ਕਿ ਕਮਲਜੀਤ ਖੇਤੀ ਕੀ ਹੁੰਦੀ ਹੈ। ਮੈਂ ਕਿਹਾ ਜੀ ਜ਼ਮੀਨ ਦੇ ਉੱਪਰ ਫਸਲਾਂ ਬੀਜ ਲੈਣੀਆਂ, ਫਸਲਾਂ ਵੱਢ ਲੈਣੀਆਂ, ਵੇਚ ਦੇਣੀਆਂ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਇਹ ਖੇਤੀ ਹੁੰਦੀ ਹੈ। ਤਾਂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਹੱਸ ਪਏ, ਉਹ ਕਹਿੰਦੇ ਨਹੀਂ ਭਾਈ ਇਹ ਖੇਤੀ ਨਹੀਂ ਹੁੰਦੀ। ਤੁਸੀਂ ਪੰਜਾਬ ਦੇ ਲੋਕ ਜਿਨ੍ਹਾਂ ਨੇ ਦੁਨੀਆ ਸਭ ਤੋਂ ਪਹਿਲਾਂ ਤੁਹਾਨੂੰ ਖੇਤੀ ਆਉਂਦੀ ਸੀ ਕਰਨੀ, ਤਾਂ ਤੁਸੀਂ ਤਾਂ ਦੁਨੀਆ ਨੂੰ ਖੇਤੀ ਸਿਖਾਉਣ ਵਾਲੇ ਲੋਕ ਸੀ, ਤਾਂ ਅੱਜ ਤੁਸੀਂ ਖੇਤੀ ਕਰਨਾ ਭੁੱਲ ਗਏ। ਅੱਜ ਤੁਸੀਂ ਫਸਲਾਂ ਬੀਜਦੇ ਹੋ, ਅੱਜ ਤੁਸੀਂ ਖੇਤੀ ਨਹੀਂ ਕਰਦੇ। ਫਸਲਾਂ ਬੀਜਣਾ ਤੇ ਖੇਤੀ ਕਰਨ ਦੇ ਵਿੱਚ ਫਰਕ ਹੈ। ਫਿਰ ਉਹਨਾਂ ਨੂੰ ਮੈਂ ਪੁੱਛਿਆ ਡਾਕਟਰ ਸਾਹਿਬ ਖੇਤੀ ਦੀ ਕੀ ਪਰਿਭਾਸ਼ਾ ਹੈ, ਖੇਤੀ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਜ਼ਮੀਨ ਉੱਪਰ ਮਹਿਜ ਫਸਲਾਂ ਬੀਜਣਾ ਖੇਤੀ ਨਹੀਂ। ਖੇਤੀ ਤਾਂ ਇੱਕ ਯੂਨੀਕ ਕੰਪੋਜੀਸ਼ਨ ਹੈ, ਇੱਕ ਵਿਲੱਖਣ ਸੁਮੇਲ ਹੈ। ਕਿਹਦਾ? ਫਸਲਾਂ, ਰੁੱਖ, ਪਸ਼ੂ ਧਨ, ਸੂਖਮ ਜੀਵ ਤੇ ਪੰਛੀ। ਇਹ 5 ਚੀਜ਼ਾਂ, ਜਦੋਂ 5 ਚੀਜ਼ਾਂ ਇਕੱਠੀਆਂ ਹੁੰਦੀਆਂ ਤਾਂ ਖੇਤੀ ਬਣਦੀ ਹੈ। ਤਾਂ ਉਹ ਮੈਨੂੰ ਕਹਿੰਦੇ ਤੂੰ ਆਪਣੇ ਦਾਦੇ ਨੂੰ ਨਿਗਾਹ ਮਾਰ, ਤੇਰਾ ਦਾਦਾ ਖੇਤੀ ਕਰਦਾ ਸੀ, ਤੂੰ ਫਸਲਾਂ ਬੀਜਦਾ। ਤਾਂ ਸਾਨੂੰ ਵਾਪਸ ਫਸਲਾਂ ਬੀਜਣ ਤੋਂ ਖੇਤੀ ਕਰਨ ਵੱਲ ਨੂੰ ਵਧਣਾ ਪੈਣਾ ਹੈ। ਖੇਤੀ ਦੇ ਵਿੱਚ ਕੀ ਹੈਗਾ? ਫਸਲਾਂ ਹੈ, ਫਸਲਾਂ ਦੀ ਵੰਨ-ਸੁਵੰਨਤਾ ਹੈ। ਇੱਕ ਫਸਲਾਂ ਨਹੀਂ ਹੈ, ਤੂੰ ਆਪਣੇ ਦਾਦੇ ਨੂੰ ਦੇਖ, 1-2 ਫਸਲਾਂ ਨਹੀਂ ਬੀਜਦਾ ਸੀ, ਉਹਦੇ ਕੋਲੇ ਘੱਟੋ ਘੱਟ 20-25 ਫਸਲਾਂ ਹੁੰਦੀਆਂ ਸੀ, ਘੱਟ ਤੋਂ ਘੱਟ। ਤਾਂ ਫਿਰ ਜਿਹੜਾ ਹੈਗਾ ਉਹਦੇ ਖੇਤ ਦੇ ਵਿੱਚ ਰੁੱਖ ਲੱਗੇ ਹੁੰਦੇ ਸੀ, ਉਹਦੇ ਘਰਾਂ ਦੇ ਵਿੱਚ ਰੁੱਖ ਹੁੰਦੇ ਸੀ, ਰੁੱਖ ਉਹਦਾ ਖੇਤੀ ਦਾ ਹਿੱਸਾ ਹੁੰਦੇ ਸੀ। ਪਸ਼ੂ ਧਨ ਹੁੰਦਾ ਸੀ, ਉਹਦੇ ਕੋਲੇ ਮੁਰਗੀਆਂ ਵੀ ਸੀਗੀਆਂ, ਉਹਦੇ ਕੋਲੇ ਬੱਕਰੀਆਂ ਵੀ ਸੀਗੀਆਂ, ਗਾਵਾਂ ਮੱਝਾਂ, ਸਭ ਕੁਝ ਖੇਤੀ ਦਾ ਹਿੱਸਾ ਸੀ ਪਸ਼ੂ ਧਨ। ਤਾਂ ਇਹ 3 ਚੀਜ਼ਾਂ ਦੇ ਨਾਲ ਪੰਛੀ ਉਹਦੇ ਖੇਤ ਦੇ ਵਿੱਚ ਆਪਣੇ ਆਪ ਸੀਗੇ, ਜ਼ਹਿਰ ਨਹੀਂ ਪਾਉਣੇ ਸੀ, ਖੇਤਾਂ ਦੇ ਵਿੱਚ ਗੜੋਏ ਸੀਗੇ, ਸੂਖਮ ਜੀਵ ਸੀ। ਤਾਂ 5 ਜਦੋਂ ਅੰਗ ਇਕੱਠੇ ਹੁੰਦੇ ਆ ਤਾਂ ਫਿਰ ਖੇਤੀ ਬਣਦੀ ਹੈ। ਤਾਂ ਸਾਨੂੰ ਜੇ ਅਸੀਂ ਖੇਤੀ ਕਰਨੀ ਹੈ ਤਾਂ ਸਾਨੂੰ ਇਹ 5 ਕੰਪੋਨੈਂਟ 'ਤੇ ਕੰਮ ਕਰਨਾ ਪੈਣਾ, 5 ਅੰਗਾਂ 'ਤੇ ਕੰਮ ਕਰਨਾ ਪੈਣਾ। ਸਾਨੂੰ ਖੇਤੀ ਦੇ ਵਿੱਚ ਫਸਲਾਂ ਦੇ ਵਿੱਚ ਜਿਹੜੀਆਂ ਵੰਨ-ਸੁਵੰਨਤਾ ਲਿਆਉਣੀ ਪੈਣੀ। ਮੇਰੀਆਂ ਟੋਟਲ ਫਸਲਾਂ ਜਿਹੜੀਆਂ ਹੈਗੀਆਂ ਇੱਥੇ ਸਾਲ ਭਰ ਦੇ ਦੌਰਾਨ ਉਹ 50 ਤੋਂ ਉੱਪਰ ਹੋ ਜਾਂਦੀਆਂ। ਮੇਰੇ ਕੋਲੇ ਰੁੱਖਾਂ ਦੇ ਵਿੱਚ ਇੱਥੇ 20 ਏਕੜ ਦੇ ਵਿੱਚ 1500 ਰੁੱਖ ਹੈ ਤੇ 120 ਪ੍ਰਜਾਤੀਆਂ ਦੇ ਰੁੱਖ ਹੈ। 1500 ਰੁੱਖ ਹੈ ਤੇ 120 ਪ੍ਰਜਾਤੀਆਂ। ਜਿਵੇਂ ਤੁਸੀਂ ਤੂਤ, ਨਿੰਮ, ਕਿੱਕਰ ਦਾ ਨਾਂ ਲਾਓਗੇ, ਅਸੀਂ 10-15 ਤੇ ਜਾ ਕੇ ਮੈਂ ਜਿਹੜੇ ਨਾ ਬਾਤ ਕਰ ਰਿਹਾ था ਵੀ ਦੇਸੀ ਕਿੱਕਰ ਮਾਰੇ ਇਲਾਕੇ में ਨਾ ਸਫਾਈ, ਹਾਂ ਤੂਤ ਕੀ ਵੀ ਸਫਾਈ, ਤੇ ਅਸੀਂ ਨਾਮ ਭੁੱਲ ਗਏ। ਸਾਨੂੰ ਪਤਾ ਹੀ ਨਹੀਂ ਅੱਜ ਨਿਰਗੁੰਡੀ ਕੀ ਹੁੰਦਾ, ਪਲਾਸ਼ ਕੀ ਹੁੰਦਾ, ਅਸੀਂ ਜਾਣਦੇ ਹੀ ਨਹੀਂ। ਤਾਂ ਅਸੀਂ ਤਾਂ 10-20 ਦੇ ਰੁੱਖਾਂ ਦੇ ਨਾਮ ਜਾਣਦੇ ਹਾਂ। ਅੱਛਾ, ਮੈਂ ਇੱਕ ਵਿੱਚ ਰੋਕਣਾ ਚਾਹਾਂ ਮੜ, ਤੁਸੀਂ ਇੱਕ ਦਿਨ ਮੈਂ ਪਹਿਲਾਂ ਇਹ ਤਾਂ ਗੱਲ ਕਰ ਰਹੇ ਤੇ ਕਹਿੰਦੇ ਵੀ ਮੈਨੂੰ ਤਾਂ ਨਾ ਵੀ ਚਰੀ ਮੱਕੀ ਦਾ ਫਰਕ ਵੀ ਨਹੀਂ ਪਤਾ ਹੁੰਦਾ, ਪਰ ਅੱਜ ਤੁਹਾਨੂੰ ਇੰਨਾ ਕੁਛ ਕੁਦਰਤ ਗੱਲ ਜੁੜ ਕੇ ਜਾਣਗੇ। ਹਾਂ, ਇਹ ਡਾਕਟਰ ਰੁਪੇਲਾ ਕਹਿੰਦੇ, ਆਪਾਂ ਗੇੜਾ ਕੱਢਦੇ ਨਾਲੇ ਦਿਖਦਾ ਰਹੇਗਾ। ਡਾਕਟਰ ਰੁਪੇਲਾ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ ਕੁਦਰਤ ਦੇ ਨੇੜੇ ਜਾਓਗੇ ਨਾ ਤਾਂ ਕੁਦਰਤ ਤੁਹਾਨੂੰ ਸਿਖਾਉਂਦੀ ਹੈ ਤੇ ਕੁਦਰਤ ਤੁਹਾਡੀ ਮਦਦ ਕਰਦੀ ਹੈ। ਕੁਦਰਤ ਤੁਹਾਨੂੰ ਸਿਖਾਉਂਦੀ ਹੈ, ਇਹ ਸ਼ਬਦ ਉਹਨਾਂ ਦੇ ਵਿੱਚ ਬੜਾ ਵਜ਼ਨ ਸੀਗਾ। ਮੇਰੇ ਵਰਗਾ ਬੰਦਾ ਜਿਹੜਾ ਵਕਾਲਤ ਕਰਨ ਵਾਲਾ ਖੇਤ ਦੇ ਵਿੱਚ ਆਉਂਦਾ ਸੀ ਤਾਂ ਬੜੀ ਗਰਮੀ ਲੱਗਦੀ ਸੀ, ਏਸੀ ਦੇ ਵਿੱਚ ਰਹਿੰਦਾ ਸੀ, ਗੋਰਾ ਚਿੱਟਾ ਰੰਗ ਸੀ, ਅੱਜ ਵਾਲੇ ਹਾਲਾਤ ਨਹੀਂ ਸੀਗੇ। ਨਹੀਂ, ਸਾਨੂੰ ਕਦੇ ਜਦੋਂ ਤੁਸੀਂ ਇਹ ਸੋਚਿਆ ਵੀ ਆ ਖੇਤੀ ਚਾਹੀਏ, ਤੁਹਾਨੂੰ ਡਰ ਨਹੀਂ ਲੱਗਿਆ ਵੀ ਯਾਰ ਮੈਂ ਕਿ ਏਸੀ ਮਾ ਰਿਹਾ ਵਾਂ, ਮੈਂ ਤਾਂ ਕਦੇ ਮਤਲਬ ਕਿ ਆਪ ਕਹੀ ਚੱਕੀ ਵੀ ਨਹੀਂ ਹੋਣੀ ਵੀ ਉਰੇ ਕਹੀ ਚਲਾਵਾਂਗਾ। ਅੱਜ ਤਾਂ ਮੈਂ ਦੱਸ ਰਿਹਾ ਵੀ 2 ਕਿੱਲਿਆਂ, ਕਿੰਨੇ ਕਿੱਲਿਆਂ ਕੀ ਅੱਜ ਮੈਂ ਜਿਹੜਾ ਹੈਗਾ 15 ਕਿੱਲੇ 15 ਕਿੱਲਿਆਂ ਕੀ ਵੱਟ ਬਣਾ ਕੇ ਆਏ, ਡੌਲ ਬਣਾ ਕੇ ਆਏ, ਐਨ ਸੈੱਟ ਕਰ ਕੇ 15 ਕਿੱਲਿਆਂ ਕੀ ਅੰਟਣ ਪੈ ਰਹੇ ਆ। ਤੇ ਤਾਂ ਕੁਦਰਤ ਤੁਹਾਨੂੰ ਸਿਖਾਉਂਦੀ ਹੈ। ਕੁਦਰਤ ਨੇ ਮੈਨੂੰ ਸਿਖਾਇਆ ਹੈਗਾ। ਮੇਰੇ ਵਰਗਾ ਬੰਦਾ ਜਿਹਦੇ ਮੇਰੇ ਕੋਲੇ 5 ਸਾਲ ਹੋ ਗਏ, ਮੇਰੇ ਘਰੇ ਟੀਵੀ ਨਹੀਂ ਹੈਗਾ। ਅੱਛਾ, ਹਾਂ, ਟੀਵੀ ਨਹੀਂ ਹੈ। ਨਹੀਂ ਦੇਖੋ ਜੀ, ਗੱਲ ਹੋਰ ਵੀ ਜਿਸ ਤਰ੍ਹਾਂ ਆਪਾਂ ਬਾਤ ਕਰ ਰਹੇ ਤੇ ਘਰਾਂ ਥਵੇਂ ਦਾ ਟੀਵੀ ਦੇਖਦੇ ਨਹੀਂ, ਘਰਾਂ ਤੀਵੀਆਂ ਬਹੁਤ ਘਰਾਂ ਜੀ ਮਾਰੇ ਘਰਾਂ ਡਿਸ਼ ਲਾਓ, ਮਾਰੇ ਘਰਾਂ ਕਿਆ ਛੋਟਾ ਜਿਹਾ ਟੈਲੀਵਿਜ਼ਨ ਲੈ ਕੇ ਰੱਖਦੇ ਆ। ਮੇਰੇ ਪਿਓਕਿਆਂ ਤੇ ਆਵਾਂ ਉਹ ਕਹਿੰਦਾ ਥਵੇਂ ਤਾਂ ਨੰਗ ਹੈ, ਸੋ ਥਵੇਂ ਕਹ ਰਹੇ ਟੀਵੀ ਹੈ ਨਹੀਂ। ਨਹੀਂ, ਟੀਵੀ ਨਹੀਂ ਹੈਗਾ। ਆ ਤਾਂ ਕਮਾਲ ਹੈ। ਹਾਂ, ਮੇਰੇ ਘਰੇ ਟੀਵੀ ਨਹੀਂ ਹੈਗਾ
ਤੇ ਮੈਨੂੰ 5 ਸਾਲ ਹੋ ਗਏ ਮੈਂ ਅਖਬਾਰ ਨਹੀਂ ਪੜ੍ਹਿਆ। ਆ ਇੱਕ ਤੇ ਇੱਕ ਕਮਾਲ ਹੋ ਰਿਹਾ। ਨਹੀਂ ਤਾਂ ਸਿਆਣੇ ਸਮਝਦਾਰ ਕਹਾ ਜੀ ਐਵੇਂ 7 ਅਖਬਾਰਾਂ ਪੜ੍ਹ ਰਹੇ 8 ਪੜ੍ਹ ਰਹੇ, ਅੱਜ ਕੱਲ ਪਾਗਲ ਕਰਦੇ ਲੋਕ ਕਰੋਨਾ ਦੇ ਵਿੱਚ। ਤਾਂ ਪੜ੍ਹਿਆ ਨਹੀਂ? ਮੈਨੂੰ 5 ਸਾਲ ਹੋ ਗਏ ਮੈਂ ਅਖਬਾਰ ਨਹੀਂ ਪੜ੍ਹਿਆ। ਬਹੁਤ ਬੰਦੇ ਕਹਤੇ ਉਹ ਵੀ ਕਹੇਂਗੇ ਵੀ ਥਮੇ ਤਾਂ ਅਪਡੇਟ ਹੀ ਨਹੀਂ ਹੋਏ। ਤਾਂ ਮੈਨੂੰ ਹੁਣ ਤਾਂ ਤਕਰੀਬਨ 2 ਸਾਲ ਹੋ ਚੱਲੇ ਕਿ ਮੇਰੀ ਐਵਰੇਜ ਜਿਹੜਾ ਮੈਂ ਸ਼ਹਿਰ ਜਾਣ ਦਾ 15 ਦਿਨ ਤੋਂ ਪਹਿਲਾਂ ਨਹੀਂ ਮੈਂ ਜਾਂਦਾ। 15 ਦਿਨਾਂ ਤੋਂ ਮੈਂ ਸਾਰੇ ਕੰਮ ਇਕੱਠੇ ਕਰ ਲੈਣਾ, ਤਾਂ ਫਿਰ ਮੈਂ 14-15 ਦਿਨਾਂ ਤੋਂ ਮੈਂ ਜਾਣਾ, ਸ਼ਹਿਰ ਜਾਣਾ। ਮੈਂ ਪਾਸੇ ਵਾਲੇ ਸਾਰੀ ਦੁਨੀਆ ਦੇ ਸੈਟਅਪ ਨਾਲ ਟੁੱਟਿਆ ਹੋਇਆ ਬੰਦਾ ਹੈ। ਮੈਂ ਸਿਰਫ ਖੇਤ ਦੇ ਨਾਲ ਜੁੜਿਆ। ਮੈਨੂੰ ਖੇਤ ਨੇ ਸਿਖਾਇਆ, ਮੈਨੂੰ ਇਸ ਮਿੱਟੀ ਨੇ ਸਿਖਾਇਆ। ਕੀ ਬਾਤ ਹੈ। ਮੈਂ ਕਿਸੇ ਯੂਨੀਵਰਸਿਟੀ ਨੇ ਨਹੀਂ ਮੈਨੂੰ ਸਿਖਾਇਆ, ਕਿਸੇ ਮੈਨੂੰ ਹੋਰ ਮੈਂ ਕਿਤੋਂ ਨਹੀਂ ਪੜ੍ਹਿਆ, ਮੈਨੂੰ ਮੇਰੀ ਮਿੱਟੀ ਸਿਖਾਉਂਦੀ ਹੈ। ਮੈਂ ਟਰਾਇਲ ਬੇਸਡ ਮੇਰਾ ਜਿਹੜਾ ਮਾੜੀ ਜਿਹੀ ਨੌਲੇਜ ਇਕੱਠੀ ਕੀਤੀ ਹੈ ਉਹ ਸਭ ਟਰਾਇਲ ਬੇਸਡ ਹੈ। ਮੈਂ ਟਰਾਇਲ ਕੀਤਾ, ਉਹਦੇ 'ਚ ਮੈਨੂੰ 4-5 ਟਰਾਇਲ ਕੀਤੇ, ਮੈਨੂੰ ਨਿਕਲਿਆ ਆਇਆ ਕਿ ਆਹ ਟਰਾਇਲ ਸਕਸੈਸਫੁਲ ਹੈ। ਗਲਤੀਆਂ ਵੀ ਹੁੰਦੀਆਂ, ਤਾਂ ਉਹਦੇ ਤੋਂ ਹੌਲੀ ਹੌਲੀ ਜਿਹੜਾ ਹੈਗਾ ਗਿਆਨ ਇਕੱਠਾ ਕੀਤਾ। ਅਤੇ ਹੁਣ ਜਿਹੜਾ ਹੈ ਸਿਰਫ ਮੈਂ ਇੱਥੋਂ ਆਹੀ ਮੇਰੀ ਜ਼ਿੰਦਗੀ ਹੈ। ਸੁਬਾਹ ਮੇਰਾ ਲਾਈਫ ਸਟਾਈਲ ਹੈ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਇੱਥੇ ਖੇਤਾਂ ਦੇ ਵਿੱਚ ਹੀ ਰਹਿਣਾ ਹੈਗਾ, ਅਤੇ ਮੈਂ ਕਿਤੇ ਜਾਂਦਾ ਹੀ ਨਹੀਂ। ਅੱਛਾ, ਇਹ ਤਸੱਲੀ ਹੈ ਮਤਲਬ ਕਿ ਇਹਨੂੰ ਕਦੇ ਯਾਦ ਨਹੀਂ ਆਉਂਦਾ ਵੀ ਯਾਰ ਉੱਥੇ ਏਸੀ ਚੱਲਦਾ ਤਾਂ ਗਾਹਕ ਆਉਂਦੇ ਤੇ ਕਿਸੇ ਪੇਸ਼ੀ ਪਾ ਦੀ ਕਿਸੇ ਲੈ ਕੇ